ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਨਾਨਕ ਬੋਲਣਾ ਚੱਖਣਾ ਦੁੱਖ ਛੱਡ ਮੰਗੀਏ ਸੁੱਖ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਸੋ ਕਹਿਣ ਤੋਂ ਭਾਵ ਇਹ ਹੈ ਕਿ ਦੁੱਖਾਂ ਨੂੰ ਛੱਡ ਕੇ ਸੁੱਖਾਂ ਦੀ ਮੰਗ ਕਰਨੀ ਇਹ ਕੇਵਲ ਤੇ ਕੇਵਲ ਝੱਖਾ ਮਾਰਨ ਦੇ ਬਰਾਬਰ ਹੈ। ਕਿਉਂਕਿ ਦੁੱਖ ਤੇ ਸੁੱਖ ਇਹ ਆਦਮੀ ਨੂੰ ਉਸ ਦਰਗਾਹ ਦੇ ਵਿੱਚੋਂ ਦੋ ਕੱਪੜੇ ਆ ਜਿਨ੍ਹਾਂ ਨੂੰ ਪਹਿਨ ਕੇ ਮਨੁੱਖ ਇਸ ਸੰਸਾਰ ਦੇ ਵਿੱਚ ਜਨਮ ਲੈਂਦਾ ਹੈ। ਇਸੇ ਕਰਕੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸਮਝਾਇਆ ਹੈ ਕਿ ਜਿੱਥੇ ਬੋਲਣ ਦੇ ਨਾਲ ਤੁਹਾਡੀ ਹਾਰ ਹੁੰਦੀ ਹੈ, ਜਿੱਥੇ ਤੁਹਾਡੇ ਬੋਲਣ ਦੇ ਨਾਲ ਤੁਹਾਡੀ ਕੋਈ ਗੱਲ ਸਵੀਕਾਰ ਨਹੀਂ ਕਰਦਾ, ਇਹਦੇ ਨਾਲ ਤਾਂ ਕਹਿੰਦੇ ਇਹ ਚੰਗਾ ਕਿ ਉੱਥੇ ਚੁੱਪੀ ਭਲੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹ ਜਿਹੜੇ ਦੁੱਖ ਸੁੱਖ ਸਾਨੂੰ ਮਿਲਦੇ ਆ, ਇਹਨਾਂ ਦੁੱਖਾਂ ਸੁੱਖਾਂ ਦੇ ਵਿੱਚ ਰਹਿ ਕੇ ਵੀ ਅਸੀਂ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਹੈਗਾ। ਲੇਕਿਨ ਸੰਸਾਰੀ ਲੋਕੀ ਕਿਉਂਕਿ ਦੁੱਖਾਂ ਦੇ ਵਿੱਚ ਕਲਪਦੇ ਆ, ਸੁੱਖਾਂ ਦੇ ਵੱਲ ਦੌੜਦੇ ਆ, ਪਰ ਉਹਨਾਂ ਨੂੰ ਇਹ ਗਿਆਨ ਨਹੀਂ ਹੈ ਕਿ ਅਸਲ ਦੇ ਵਿੱਚ ਜਿਹੜੇ ਦੁੱਖ ਹੁੰਦੇ ਆ ਇਹ ਦਾਰੂ ਹੁੰਦਾ ਹੈ। ਕਿਉਂਕਿ ਗੁਰਬਾਣੀ ਆਖਦੀ ਦੁੱਖ ਦਾਰੂ ਸੁੱਖ ਰੋਗ ਪਾਇਆ। ਅਗਰ ਉਹ ਵਾਹਿਗੁਰੂ ਸਾਰੇ ਸੰਸਾਰ ਦੇ ਜੀਵਨ ਨੂੰ ਸੁੱਖ ਹੀ ਦੇ ਦੇਵੇ ਤਾਂ ਫਿਰ ਭਾਈ ਸੁੱਖਾਂ ਦੇ ਨਾਲ ਪਰਮੇਸ਼ਰ ਨੂੰ ਯਾਦ ਕੌਣ ਕਰੂਗਾ? ਵਾਹਿਗੁਰੂ ਦੀ ਬੰਦਗੀ ਕੌਣ ਕਰੂਗਾ? ਸੇਵਾ ਸਿਮਰਨ ਕੌਣ ਕਰੂਗਾ? ਫਿਰ ਸਾਰੇ ਜਿਹੜੇ ਗੁਣ ਹੈਗੇ ਆ ਉਸ ਪਰਮੇਸ਼ਰ ਦੇ ਇਸ ਮਨੁੱਖ ਦੇ ਅੰਦਰੋਂ ਖੰਭ ਲਾ ਕੇ ਉੱਡ ਜਾਣਗੇ। ਇਸ ਕਰਕੇ ਦੁੱਖ ਇੱਕ ਐਸਾ ਜ਼ਰੀਆ ਹੈਗਾ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਹੀ ਰੱਖਦਾ। ਇਸੇ ਕਰਕੇ ਦੁੱਖ ਦਾਰੂ ਆ, ਕਿਉਂਕਿ ਦੁੱਖ ਦੇ ਵਿੱਚ ਪਰਮੇਸ਼ਰ ਯਾਦ ਆਉਂਦਾ, ਅਤੇ ਸੁੱਖ ਰੋਗ ਹੈ। ਇਸੇ ਕਰਕੇ ਸਾਨੂੰ ਧੰਨ ਕਲਗੀਧਰ ਪਿਤਾ ਜੀ ਨੇ ਇਹ ਸਮਝਾਇਆ ਹੈ ਕਿ ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗੇ ਨਿਵਾਸਾਂ ਦੇ ਰਹਿਣਾ। ਸੋ ਇਸ ਗੱਲ ਨੂੰ ਜਿਹੜੇ ਗੁਰਮੁਖ ਪਿਆਰੇ ਬੜੇ ਧਿਆਨ ਦੇ ਵਿੱਚ ਰੱਖਦੇ ਆ। ਇਸ ਕਰਕੇ ਉਹ ਦੁੱਖ ਦੇ ਵਿੱਚ ਵੀ ਪਰਮੇਸ਼ਰ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਜਿਵੇਂ ਸੁੱਖ ਦੇ ਵਿੱਚ ਕਰਦੇ ਆ। ਇਸੇ ਕਰਕੇ ਇਹ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਦੁੱਖ ਸੁੱਖ ਤੋਂ ਬਹੁਤ ਉੱਪਰ ਚਲੇ ਜਾਂਦੇ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਦੁੱਖ ਸੁੱਖ ਜੈ ਪਰਸੇ ਨਹੀਂ, ਲੋਭ ਮੋਹ ਅਭਿਮਾਨ, ਕੋ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ। ਸੋ ਜਿਹੜੇ ਪਿਆਰੇ ਰੱਬ ਦੇ ਆ, ਜਿਨ੍ਹਾਂ ਦੇ ਅੰਦਰ ਦੁੱਖ ਸੁੱਖ ਇੱਕ ਬਰਾਬਰ ਹੁੰਦੇ, ਸਮਾਨ ਹੁੰਦੇ ਆ, ਸੋ ਇਹੋ ਜਿਹੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਪਰਮੇਸ਼ਰ ਦੀ ਮੂਰਤ ਹੁੰਦੇ ਆ, ਰੱਬ ਦਾ ਰੂਪ ਹੁੰਦੇ ਆ। ਲੇਕਿਨ ਇਹੋ ਜਿਹੇ ਇਨਸਾਨ ਹੈ ਨਾ ਬਿਰਲੇ ਮਿਲਦੇ ਇਸ ਜਗਤ ਦੇ ਅੰਦਰ। ਜਿਵੇਂ ਇੱਕ ਮਹਾਂਪੁਰਖ ਦੱਸਦੇ ਹੁੰਦੇ ਸੀ ਕਿ ਇੱਕ ਮਹਾਤਮਾ ਦੇ ਅਸੀਂ ਦਰਸ਼ਨ ਕੀਤੇ, ਪਰ ਕਹਿੰਦੇ ਵੀ ਕਮਾਲ ਦੀ ਗੱਲ ਹੈ, ਐਸੇ ਬਚਿੱਤਰ ਮਹਾਤਮਾ ਸੀਗੇ ਜਿਨ੍ਹਾਂ ਨੇ ਕਹਿੰਦੇ ਦੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਪੂਰੀ ਕੱਟੀ, ਪਰ ਕਦੀ ਵੀ ਉਹਨਾਂ ਨੇ ਪਰਮੇਸ਼ਰ ਨੂੰ ਅਲਾਂਭਾ ਨਹੀਂ ਦਿੱਤਾ ਕਿ ਤੈਂ ਮੈਨੂੰ ਦੁਖੀ ਕੀਤਾ, ਮੈਂ ਤੇਰਾ ਇੰਨਾ ਨਾਮ ਜਪਿਆ, ਇੰਨੀ ਸੇਵਾ ਕੀਤੀ। ਜਿੱਥੇ ਵੀ ਕਹਿੰਦੇ ਜਾਂਦੇ ਸੀ ਹੈ ਨਾ, ਉਹ ਹਮੇਸ਼ਾ ਸੁੱਖ ਦੀ ਹੀ ਗੱਲ ਕਰਦੇ ਹੁੰਦੇ ਸੀ। ਪਰ ਕਹਿੰਦੇ ਅਸੀਂ ਖੁਦ ਮਹਿਸੂਸ ਕਰਦੇ ਹੁੰਦੇ ਕਿ ਮਹਾਂਪੁਰਖ ਦੇਖੋ ਇਸ ਬੜੀ ਮੁਸ਼ਕਿਲ ਦੀ ਹਾਲਤ ਦੇ ਵਿੱਚ ਫਸੇ ਹੋਏ ਆ, ਪਰ ਫਿਰ ਵੀ ਆਪਣੇ ਆਪ ਨੂੰ ਸੁੱਖ ਹੀ ਦੱਸਦੇ ਹੁੰਦੇ ਸੀ, ਪਰਮੇਸ਼ਰ ਦੀ ਮੌਜ ਹੀ ਮੰਨਦੇ ਹੁੰਦੇ ਸੀ। ਸੋ ਮਹਾਤਮਾ ਦੱਸਦੇ ਸੀਗੇ ਕਿ ਇੱਕ ਵਾਰੀ ਅਸੀਂ ਮਹਾਂਪੁਰਖਾਂ ਦੇ ਨਾਲ ਕਿਸੇ ਮਹਾਤਮਾ ਨੂੰ ਮਿਲਣ ਗਏ। ਜਦ ਕਹਿੰਦੇ ਮਿਲਣ ਗਏ ਅਤੇ ਜਿਸ ਸਟੇਸ਼ਨ 'ਤੇ ਅਸੀਂ ਜਾ ਕੇ ਗੱਡੀ ਦਾ ਟਿਕਟ ਲਿਆ ਸੀਗਾ, ਜਦ ਉੱਥੇ ਪਹੁੰਚੇ ਤਾਂ ਪਤਾ ਲੱਗਾ ਜਿਹੜੀ ਰੇਲ ਗੱਡੀ ਆ ਉਹ 10 ਘੰਟੇ ਲੇਟ ਆ। ਕਹਿੰਦੇ ਹੁਣ ਰਾਤ ਦਾ ਵਕਤ ਸੀਗਾ, ਕੁਛ ਠੰਡ ਸੀਗੀ। ਕਹਿੰਦੇ ਅਸੀਂ ਕਿਹਾ ਵੀ ਹੁਣ 10 ਘੰਟੇ ਕਿਹੜਾ ਇੰਤਜ਼ਾਰ ਕਰੂਗਾ। ਅਸੀਂ ਕਹਿੰਦੇ ਮਹਾਤਮਾ ਨੂੰ ਕਿਹਾ ਵੀ ਗੱਡੀ 10 ਘੰਟੇ ਲੇਟ ਹੈ, ਇਸ ਕਰਕੇ ਅਸੀਂ ਵਾਪਸ ਮੁੜ ਚੱਲਦੇ ਹਾਂ। ਪਰ ਦੇਖੋ ਕਹਿੰਦੇ ਕਿੰਨੇ ਬਚਿੱਤਰ ਮਹਾਤਮਾ ਸੀ। ਕਹਿਣ ਲੱਗੇ ਦੇਖੋ ਇਹ ਬਿਲਕੁਲ ਖੁੱਲ੍ਹਾ ਵਾਤਾਵਰਨ ਹੈਗਾ, ਪਰਮੇਸ਼ਰ ਨੇ ਦੇਖੋ ਕਿੰਨੀ ਸੋਹਣੀ ਹਵਾ ਵਗਾਈ ਹੈਗੀ ਆ। ਇਸ ਪਲੇਟਫਾਰਮ ਦੇ ਉੱਤੇ ਆਪਾਂ ਬੈਠਦੇ ਹਾਂ, ਬੈਠ ਕੇ ਇਸ ਖੁੱਲ੍ਹੇ ਦੇ ਵਿੱਚ ਉਸ ਪਰਮੇਸ਼ਰ ਨੂੰ ਯਾਦ ਕਰਦੇ ਹਾਂ, ਉਹਦਾ ਆਨੰਦ ਮਾਣਦੇ ਹਾਂ। ਕਹਿੰਦੇ ਸਾਨੂੰ ਮਹਾਤਮਾ ਜਿਹੜੇ ਸੀ ਇਸ ਤਰ੍ਹਾਂ ਕਹਿ ਰਹੇ ਸੀਗੇ ਜਿਵੇਂ ਪਰਮੇਸ਼ਰ ਜਿਹੜਾ ਹੈਗਾ ਉਹ ਉਹਨਾਂ ਦਾ ਇਮਤਿਹਾਨ ਲੈਣ ਦੇ ਵਿੱਚ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਸੀਗਾ। ਪਰ ਕਹਿੰਦੇ ਅਸੀਂ ਇੱਕ ਕਮਰਾ ਦੇਖਿਆ, ਅਸੀਂ ਤਾਂ ਉਹਦੇ ਵਿੱਚ ਚਲੇ ਗਏ, ਪਰ ਅਸੀਂ ਕੀ ਦੇਖਿਆ ਕਿ ਮਹਾਤਮਾ ਸਾਰੀ ਰਾਤ ਉਸ ਪਲੇਟਫਾਰਮ ਦੇ ਇੱਕ ਫੱਟੇ ਦੇ ਉੱਤੇ ਬੈਠ ਕੇ ਕਹਿੰਦੇ ਗੱਡੀ ਦਾ ਇੰਤਜ਼ਾਰ ਕਰਦੇ ਰਹੇ। ਔਰ ਕਹਿੰਦੇ ਵੀ ਉਸ ਤੋਂ ਬਾਅਦ ਜਦ ਗੱਡੀ ਦਾ ਟਾਈਮ ਹੋਇਆ ਸੀ, ਕੀ ਦੇਖਿਆ ਕਿ ਮਹਾਤਮਾ ਨੂੰ ਬੁਖਾਰ ਚੜ੍ਹਿਆ ਹੋਇਆ ਸੀ ਠੰਡੇ ਦੇ ਨਾਲ, ਪਰ ਫਿਰ ਵੀ ਉਹ ਪਰਮੇਸ਼ਰ ਦੇ ਸ਼ੁਕਰ ਦੇ ਵਿੱਚ ਬੈਠੇ ਹੋਏ ਸੀ। ਕਹਿਣ ਲੱਗੇ ਕਿ ਕਹਿੰਦੇ ਭਾਈ ਇਹ ਥੋੜ੍ਹਾ ਸਾ ਬੁਖਾਰ ਅਗਰ ਲੱਗਦਾ ਹੈਗਾ ਤਾਂ ਕੋਈ ਗੱਲ ਨਹੀਂ ਹੈ, ਇਹ ਬੁਖਾਰ ਨਹੀਂ ਹੈ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੈ, ਇਹ ਅਸਲ ਦੇ ਵਿੱਚ ਮੇਰਾ ਹੀ ਪਰਮੇਸ਼ਰ ਦੇ ਨਾਲ ਕੋਈ ਪਿਛਲੇ ਜਨਮ ਦਾ ਐਸਾ ਪਾਪ ਕਰਮ ਹੈਗਾ ਜਿਹੜਾ ਇਸ ਸਮੇਂ ਜਾਗ ਪਿਆ ਹੈਗਾ। ਫਿਰ ਦੇਖੋ ਕਹਿੰਦੇ ਵੀ ਅਸੀਂ ਜਦੋਂ ਉਸ ਗੱਡੀ ਦੇ ਵਿੱਚ ਮਹਾਤਮਾ ਦੇ ਨਾਲ ਉਸ ਸਥਾਨ 'ਤੇ ਪਹੁੰਚੇ ਸੀ, ਜਿਸ ਜਗ੍ਹਾ 'ਤੇ ਬੈਠੇ ਸੀਗੇ,
ਕਹਿੰਦੇ ਉੱਥੇ ਬਿਲਕੁਲ ਇੱਕ ਛੋਟੀ ਜਿਹੀ ਛੰਨ ਸੀਗੀ, ਕੋਈ ਬੈਠਣ ਉੱਠਣ ਵਾਸਤੇ ਕੋਈ ਜਗ੍ਹਾ ਨਹੀਂ ਸੀ। ਅਸੀਂ ਮਨ 'ਚ ਸੋਚਿਆ ਵੀ ਇੱਥੇ ਆਰਾਮ ਕਿਵੇਂ ਕਰਾਂਗੇ, ਐਡੀ ਦੂਰੋਂ ਚੱਲ ਕੇ ਆਏ ਹਾਂ। ਪਰ ਕਹਿੰਦੇ ਅਸੀਂ ਜਦੋਂ ਮਹਾਤਮਾ ਨੂੰ ਕਿਹਾ ਤਾਂ ਕਹਿੰਦੇ ਮਹਾਤਮਾ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਕਿੰਨੀ ਸੋਹਣੀ ਛੰਨ ਹੈਗੀ ਆ, ਇਸ ਛੰਨ ਦੇ ਵਿੱਚ ਅਸੀਂ ਰੱਬ ਦਾ ਨਾਮ ਲਵਾਂਗੇ। ਇਹੋ ਜਿਹੀ ਛੰਨਾਂ ਜ਼ਿੰਦਗੀ 'ਚ ਕਿਤੇ ਕਿਤੇ ਮਿਲਦੀਆਂ। ਕਹਿੰਦੇ ਅਸੀਂ ਆਖਿਆ ਕਿ ਮਹਾਂਪੁਰਖ ਅਗਰ ਰਾਤ ਨੂੰ ਮੀਂਹ ਹਨੇਰੀ ਆ ਜਾਵੇ ਫਿਰ ਕੀ ਕਰਾਂਗੇ? ਕਹਿੰਦੇ ਕਰਨਾ ਕੀ ਆ, ਫਿਰ ਤਾਂ ਹੋਰ ਵੀ ਬਹੁਤ ਵਧੀਆ ਹੈਗਾ। ਇੱਕ ਤਾਂ ਮੀਂਹ ਹਨੇਰੀ ਪਰਮੇਸ਼ਰ ਦੀ ਦੇਖਾਂਗੇ, ਇਹ ਵੀ ਦੇਖਣ ਦਾ ਸਾਨੂੰ ਅਵਸਰ ਪ੍ਰਾਪਤ ਹੋਊਗਾ, ਅਤੇ ਮੀਂਹ ਹਨੇਰੀ ਦੇ ਵਿੱਚ ਪਰਮੇਸ਼ਰ ਦੀ ਅਮਰ ਰੂਪੀ ਬੂੰਦਾਂ ਦੇ ਨਾਲ ਇਸ਼ਨਾਨ ਵੀ ਕਰਾਂਗੇ। ਉਸ ਤੋਂ ਬਾਅਦ ਮਹਾਂਪੁਰਖ ਆਖਦੇ ਸੀ, ਕਹਿੰਦੇ ਦੇਖੋ ਇਹੋ ਜਿਹੀ ਜਿਹੜੀਆਂ ਵਾਹਿਗੁਰੂ ਦਿੱਤੀਆਂ ਦਾਤਾਂ ਹੈਗੀਆਂ ਕਿਤੇ ਕਿਤੇ ਪ੍ਰਾਪਤ ਹੁੰਦੀਆਂ। ਸੋ ਇਹ ਜਿਹੀਆਂ ਦਾਤਾਂ ਵੀ ਬੜੇ ਭਾਗਾਂ ਦੇ ਨਾਲ ਮਿਲਦੀਆਂ ਹੈ। ਸੋ ਕਹਿਣ ਤੋਂ ਭਾਵ ਇਹ ਆ ਕਿ ਉਹ ਕਿੱਡਾ ਵੀ ਭਾਰਾ ਦੁੱਖ ਤਕਲੀਫ ਹੁੰਦੀ ਸੀ ਹੈ ਨਾ, ਉਹਦੇ ਵਿੱਚ ਉਹਨਾਂ ਦੇ ਵਾਹਿਗੁਰੂ ਦੇ ਪ੍ਰਤੀ ਜਿਹੜਾ ਪ੍ਰੇਮ ਸੀਗਾ, ਪਿਆਰ ਸੀਗਾ, ਉਹ ਉਹਨਾਂ ਦੇ ਅੰਤਰ ਆਤਮਾ ਹਿਰਦੇ ਦੇ ਵਿੱਚੋਂ ਉਛਲ ਕੇ ਬਾਹਰ ਆਉਂਦਾ ਸੀਗਾ। ਕਹਿੰਦੇ ਅਸੀਂ ਹੈਰਾਨ ਸੀ ਕਿ ਕਿਹੋ ਜਿਹੇ ਮਹਾਤਮਾ, ਬੜੇ ਵਿਚਿੱਤਰ ਮਹਾਤਮਾ ਹੈ। ਇੰਨੇ ਦੁੱਖਾਂ ਦੇ ਵਿੱਚ ਵੀ ਕਹਿੰਦੇ ਵੀ ਉਹਨਾਂ ਨੇ ਕਦੀ ਇਹ ਨਹੀਂ ਆਖਿਆ ਵੀ ਪਰਮੇਸ਼ਰ ਨੇ ਮੈਨੂੰ ਦੁੱਖ ਦਿੱਤਾ, ਦਰਦ ਦਿੱਤਾ, ਮੈਨੂੰ ਇਹਦੇ ਵਿੱਚ ਤਕਲੀਫ ਹੈ। ਕਹਿੰਦੇ ਅਸੀਂ ਹੈਰਾਨ ਹੁੰਦੇ ਸੀਗੇ ਕਿ ਇਹ ਵਿਚਿੱਤਰ ਮਹਾਤਮਾ ਹੈਗੇ। ਪਰ ਇਹੋ ਜਿਹੇ ਮਹਾਤਮਾ ਇਹ ਕਰੋੜਾਂ 'ਚ ਕੋਈ ਬਿਰਲੇ ਹੀ ਹੁੰਦੇ ਆ ਜਿਹੜੇ ਦੁੱਖਾਂ ਨੂੰ ਆਪਣਾ ਸਾਥੀ ਬਣਾਉਂਦੇ ਆ। ਇਸ ਕਰਕੇ ਜਿਵੇਂ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਇੱਕ ਨਾ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਤਾਰ। ਸੋ ਦੁੱਖਾਂ ਨੂੰ ਵੀ ਦਾਤ ਸਮਝ ਕੇ ਪਰਮੇਸ਼ਰ ਦੇ ਸ਼ੁਕਰੀਏ ਦੇ ਵਿੱਚ ਰਹਿੰਦੇ ਆ। ਸੋ ਇੱਕ ਵਾਰ ਮਹਾਂਪੁਰਖ ਦੱਸਦੇ ਸੀਗੇ ਕਿ ਇਹਨਾਂ ਮਹਾਤਮਾ ਦੇ ਇੱਕ ਵਾਰ ਕੀ ਹੋਇਆ ਕਿ ਜਦ ਭਜਨ ਕਰਦੇ ਸੀਗੇ, ਭਜਨ ਕਰਦਿਆਂ ਕਹਿੰਦੇ ਇਹਨਾਂ ਦਾ ਜਿਹੜਾ ਗਲਾ ਸੀਗਾ ਹੈ ਨਾ, ਗਲੇ ਦੇ ਉੱਤੇ ਮੋਟੇ ਜਿਹੜੇ ਸੀਗੇ ਉਹ ਫੋੜੇ ਜਿਹੇ ਬਣ ਗਏ ਸੀ। ਕਹਿੰਦੇ ਜਦੋਂ ਮਾਸ ਦੇ ਮੋਟੇ ਫੋੜੇ ਜਿਹੇ ਬਣ ਗਏ, ਕਹਿੰਦੇ ਸਾਨੂੰ ਬੜੀ ਤਕਲੀਫ ਸੀ ਕਿ ਵੀ ਮਹਾਂਪੁਰਖਾਂ ਦੇ ਗਲੇ ਦੇ ਵਿੱਚ ਮਾਸ ਦੇ ਮੋਟੇ ਫੋੜੇ ਬਣ ਗਏ ਆ, ਅਤੇ ਮਹਾਂਪੁਰਖ ਇੱਥੇ ਦਵਾਈ ਦਾਰੂ ਵੀ ਨਹੀਂ ਲੈਂਦੇ। ਕਹਿੰਦੇ ਅਸੀਂ ਬਥੇਰਾ ਇਲਾਜ ਕਰਾਇਆ, ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਥੋੜ੍ਹਾ ਇਲਾਜ ਕਰਾਓ, ਆਹ ਚੀਜ਼ ਖਾਓ। ਕਹਿੰਦੇ ਨਹੀਂ ਭਾਈ, ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਇਹ ਜੋ ਚੀਜ਼ ਤੁਹਾਨੂੰ ਨਜ਼ਰ ਆਉਂਦੀ ਆ ਇਹ ਅਸਲ ਦੇ ਵਿੱਚ ਫੋੜੇ ਨਹੀਂ ਆ, ਇਹ ਮੈਨੂੰ ਉਸ ਰੱਬ ਨੇ ਇਸ ਗਲ ਦੇ ਵਿੱਚ ਨਾਮ ਸਿਮਰਨ ਦੀ ਮਾਲਾ ਦਿੱਤੀ ਆ, ਅਤੇ ਕਹਿੰਦੇ ਇਸ ਦੇ ਦਰਦ ਦੇ ਨਾਲ ਮੈਂ ਪਰਮੇਸ਼ਰ ਨੂੰ ਯਾਦ ਕਰਦਾ ਰਹਿੰਦਾ। ਕਹਿੰਦੇ ਦੇਖੋ ਕਿੰਨਾ ਸੋਹਣਾ ਵਸੀਲਾ ਬਣਾਤਾ ਹੈਗਾ। ਕਹਿੰਦੇ ਅਸੀਂ ਹੈਰਾਨ ਸੀਗੇ, ਦੇਖੋ ਇਸ ਦਰਦ ਦੇ ਨਾਲ ਮਹਾਤਮਾ ਨੂੰ ਰਾਤ ਨੂੰ ਚੈਨ ਨਹੀਂ ਸੀ ਆਉਂਦੀ, ਆਰਾਮ ਨਹੀਂ ਸੀ ਹੁੰਦਾ, ਪਰ ਉਹ ਨਿਰੰਤਰ ਭਜਨ ਦੇ ਵਿੱਚ ਲੱਗੇ ਰਹਿੰਦੇ ਸੀ। ਸੋ ਇੱਕ ਵਾਰ ਉਹਨਾਂ ਦਾ ਇੱਕ ਸ਼ਾਗਿਰਦ ਸੀਗਾ, ਉਹਨੇ ਜਦ ਮਹਾਂਪੁਰਖਾਂ ਦੀ ਇਹ ਹਾਲਤ ਦੇਖੀ ਸੀ, ਉਹਦੇ ਮਨ ਦੇ ਵਿੱਚ ਮਹਾਂਪੁਰਖਾਂ ਦੇ ਪ੍ਰਤੀ ਬੜਾ ਵਿਰਾਗ ਆਇਆ, ਬੜਾ ਤਰਸ ਆਇਆ ਕਿ ਮਹਾਂਪੁਰਖ ਕੋਈ ਦਵਾ ਦਾਰੂ ਨਹੀਂ ਲੈਂਦੇ, ਅਤੇ ਹੁਣ ਕੀ ਕਰੀਏ ਕੀ ਨਾ ਕਰੀਏ। ਉਹ ਜਿਹੜਾ ਸ਼ਾਗਿਰਦ ਸੀਗਾ ਉਹ ਇਕਾਂਤ ਦੇ ਵਿੱਚ ਮਹਾਂਪੁਰਖਾਂ ਦਾ ਦਰਦ ਸਹਿਣ ਨਹੀਂ ਕਰ ਸਕਿਆ, ਅਤੇ ਉੱਥੇ ਜਾ ਕੇ ਉਹ ਵਿਰਾਗ ਦੇ ਵਿੱਚ, ਪ੍ਰੇਮ ਦੇ ਵਿੱਚ ਉਸ ਦਾ ਰੋਣਾ ਨਿਕਲ ਗਿਆ। ਜਦ ਰੋਣਾ ਨਿਕਲਿਆ ਉਸ ਟਾਈਮ ਉਹਦੇ ਨਾਲ ਇੱਕ ਅਜੀਬ ਕ੍ਰਿਸ਼ਮਾ ਹੋਇਆ। ਉਹ ਕ੍ਰਿਸ਼ਮਾ ਇਹ ਹੋਇਆ ਕਿ ਦੱਸਦੇ ਆ ਕਿ ਵਾਹਿਗੁਰੂ ਹੀ ਕਿਸੇ ਰੂਪ ਦੇ ਵਿੱਚ ਉਹਦੇ ਪਾਸ ਆਇਆ, ਆ ਕੇ ਕਹਿੰਦੇ ਵੀ ਉਸ ਸ਼ਾਗਿਰਦ ਨੂੰ ਕਹਿਣ ਲੱਗਾ ਕਿ ਕੀ ਗੱਲ ਆ, ਤੂੰ ਰੋਂਦਾ ਕਿਉਂ ਆ? ਅਤੇ ਕਹਿੰਦੇ ਵੀ ਉਹਦਾ ਸ਼ਾਗਿਰਦ ਕਹਿਣ ਲੱਗਾ ਕਿ ਜਿਹੜੇ ਮੇਰੇ ਮਹਾਤਮਾ ਗੁਰੂ ਹੈਗੇ ਆ ਉਹਨਾਂ ਦੇ ਗਲੇ ਦੇ ਵਿੱਚ ਫੋੜੇ ਨਿਕਲੇ ਮਾਸ ਦੇ ਮੋਟੇ ਅਤੇ ਪਰ ਕਹਿੰਦੇ ਮੇਰੇ ਗੁਰੂ ਕਿਸੇ ਤਰ੍ਹਾਂ ਦਾ ਕੋਈ ਦਵਾ ਦਾਰੂ ਨਹੀਂ ਕਰਦੇ। ਅਸੀਂ ਜਦੋਂ ਕਹਿੰਦੇ ਹਾਂ ਤਾਂ ਉਹ ਸਾਨੂੰ ਉਲਟਾ ਕਹਿੰਦੇ ਆ ਕਿ ਇਹ ਜੋ ਫੋੜੇ ਤੁਹਾਨੂੰ ਦਿਖਾਈ ਦੇ ਰਹੇ ਫੋੜੇ ਨਹੀਂ, ਇਹ ਤਾਂ ਮੇਰੇ ਗਲ ਦੀ ਮਾਲਾ ਹੈਗੀ ਆ, ਇਹ ਤਾਂ ਪਰਮੇਸ਼ਰ ਨੇ ਬੜੀ ਮੁਸ਼ਕਿਲ ਦੇ ਨਾਲ ਬਖਸ਼ੀ ਹੈਗੀ ਆ, ਇਸ ਮਾਲਾ ਕਰਕੇ ਤਾਂ ਮੈਂ ਵਾਹਿਗੁਰੂ ਦਾ ਜਾਪ ਕਰਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਉਹ ਜਿਹੜੇ ਰੱਬ ਦੇ ਪਿਆਰੇ ਉਸ ਸ਼ਾਗਿਰਦ ਦੀ ਗੱਲ ਸੁਣ ਰਹੇ ਸੀ, ਉਹ ਕਹਿਣ ਲੱਗੇ ਵੀ ਦਰਅਸਲ ਗੱਲ ਇਹ ਹੈਗੀ ਆ ਕਿ ਤੇਰੇ ਜਿਹੜੇ ਗੁਰੂ ਹੈਗੇ ਹਨ ਉਹ ਬਹੁਤ ਜ਼ਿਆਦਾ ਜਿੱਦੀ ਹੈਗੇ ਆ, ਕਿਉਂਕਿ ਅਗਰ ਉਹ ਅਰਦਾਸ ਕਰਕੇ ਪਰਮੇਸ਼ਰ ਤੋਂ ਇਸ ਗੱਲ ਦੇ ਪ੍ਰਤੀ ਆਰਾਮ ਲੈਣਾ ਚਾਹੁਣ ਤਾਂ ਉਹਨਾਂ ਨੂੰ ਸ਼ੀਘਰ ਆ ਸਕਦਾ ਹੈ, ਪਰ ਉਹਨਾਂ ਨੇ ਆਪਣੇ ਦੁੱਖ ਦੀ ਅਰਦਾਸ ਬੇਨਤੀ ਵਾਹਿਗੁਰੂ ਦੇ ਅੱਗੇ ਕਦੀ ਨਹੀਂ ਕਰਨੀ ਹੈ। ਇਹ ਉਹਨਾਂ ਦੇ ਵਿੱਚ ਇੱਕ ਵਿਲੱਖਣ ਗੁਣ ਹੈਗਾ। ਪਰ ਫਿਰ ਤੂੰ ਸ਼ਾਗਿਰਦ ਹੈ, ਤੇਰੇ ਤੋਂ ਉਹਨਾਂ ਦਾ ਦੁੱਖ ਦੇਖ ਨਹੀਂ ਹੁੰਦਾ। ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਇੱਕ ਦਵਾਈ ਸਾਡੇ ਪਾਸ ਹੈ, ਇਹ ਦਵਾਈ ਜਿਹੜੀ ਆ ਤੂੰ ਆਪਣੇ ਗੁਰੂ ਦੇ ਗਲ ਦੇ ਉੱਤੇ ਲਾ ਦੇ, ਅਤੇ ਉਸ ਤੋਂ ਬਾਅਦ ਤੂੰ ਦੇਖੀ ਉਹਨਾਂ ਨੂੰ ਸ਼ੀਘਰ ਆਰਾਮ ਆ ਜਾਏਗਾ। ਜਦ ਇਹ ਗੱਲ ਹੋਈ ਸੀ ਤਾਂ ਉਸ ਸ਼ਾਗਿਰਦ ਨੇ ਉਹ ਦਵਾਈ ਉਸ ਗੁਰਮੁਖ ਪਿਆਰੇ ਤੋਂ ਲੈ ਲਈ, ਪਰ ਉਹ ਗੁਰਮੁਖ ਪਿਆਰਾ ਕਹਿਣ ਲੱਗਾ ਵੀ ਇਹ ਜਿਹੜੀ ਦਵਾਈ ਹੈਗੀ ਆ ਤੈਂ ਉਦੋਂ ਲਾਉਣੀ ਹੈ ਜਦੋਂ ਮਹਾਤਮਾ ਸੁੱਤੇ ਹੋਣ ਜਾਂ ਸਮਾਧੀ ਵਿੱਚ ਹੋਣ, ਕਿਉਂਕਿ ਉੱਦਾਂ ਦਵਾਈ ਤੇਰੇ ਗਲ ਦੇ ਨਾਲ ਲਾਉਣ ਨਹੀਂ ਦੇਣਗੇ। ਜਦ ਇੰਨੀ ਗੱਲ ਹੋਈ ਤਾਂ ਇਹ ਜਿਹੜਾ ਦਵਾਈ ਲਾਉਣ ਦੀ ਵਿਧੀ ਸੀਗੀ ਉਸ ਗੁਰਮੁਖ ਪਿਆਰੇ ਨੇ ਉਸ ਸ਼ਾਗਿਰਦ ਨੂੰ ਸਮਝਾ ਦਿੱਤੀ ਸੀ। ਦੇਖੋ ਸ਼ਾਗਿਰਦ ਮਹਾਂਪੁਰਖ ਦੱਸਦੇ ਕਿ ਦਵਾਈ ਲੈ ਕੇ ਚਲੇ ਗਿਆ। ਜਦ ਗਿਆ ਤਾਂ ਮਹਾਂਪੁਰਖ ਜੋ ਸਮਾਧੀ 'ਚ ਬੈਠੇ ਨਾਮ
ਜਪ ਰਿਹਾ ਸੀ, ਉਸ ਟਾਈਮ ਦੇ ਵਿੱਚ ਉਹਨੇ ਮੌਕਾ ਦੇਖ ਕੇ ਦਵਾਈ ਕੱਢੀ ਅਤੇ ਉਹਦਾ ਜਿਹੜਾ ਲੇਪ ਸੀਗਾ ਉਹ ਮਹਾਂਪੁਰਖਾਂ ਦੇ ਗਲੇ ਦੇ ਉੱਤੇ ਬੜੇ ਅਸ਼ੋਭਲੇ ਜਿਹੇ ਕਰ ਦਿੱਤਾ। ਬਸ ਉਹ ਲੇਪ ਕਰਦਾ ਸੀਗਾ, ਕਿਉਂਕਿ ਉਹ ਦਵਾਈ ਛੂਹਣ ਦੇ ਨਾਲ ਹੀ ਜਿਹੜੇ ਮਹਾਤਮਾ ਸੀਗੇ ਉਹਨਾਂ ਦਾ ਜਿਹੜੇ ਗਲ ਦੇ ਫੋੜੇ ਸੀਗੇ ਉਹ ਇੱਕਦਮ ਜਿਹੜੇ ਸੀਗੇ ਉਹ ਬੈਠ ਗਏ। ਜਦ ਫੋੜੇ ਬੈਠ ਕੇ ਪੂਰੀ ਤਰ੍ਹਾਂ ਗਲਾ ਪੱਧਰਾ ਹੋ ਗਿਆ, ਉਸ ਤੋਂ ਬਾਅਦ ਦੱਸਦੇ ਆ ਕਿ ਜਦੋਂ ਮਹਾਤਮਾ ਸੁਰਤ ਵਿੱਚ ਆਏ ਅਤੇ ਸੁਰਤ ਵਿੱਚ ਆ ਕੇ ਉਹਨਾਂ ਨੇ ਜਦ ਆਪਣੇ ਗਲੇ ਨੂੰ ਹੱਥ ਲਾਇਆ ਅਤੇ ਕੀ ਦੇਖਿਆ, ਉਹ ਜਿਹੜੇ ਮੋਟੇ ਮੋਟੇ ਫੋੜੇ ਨਿਕਲੇ ਸੀ ਉਹ ਗਾਇਬ ਸੀਗੇ। ਜਦ ਗਾਇਬ ਸੀ, ਉਹਨਾਂ ਨੇ ਉਸੇ ਟਾਈਮ ਆਪਣੇ ਸ਼ਾਗਿਰਦ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ ਬਈ ਤੂੰ ਆ ਜਿਹੜੇ ਮੇਰੇ ਗਲੇ ਦੇ ਵਿੱਚ ਫੋੜੇ ਨਿਕਲੇ ਸੀਗੇ ਇਹਦੀ ਉੱਤੇ ਕੋਈ ਦਵਾ ਤਾਂ ਨਹੀਂ ਲਾਈ। ਉਹ ਸ਼ਾਗਿਰਦ ਜਿਹੜਾ ਸੀਗਾ ਥੋੜ੍ਹਾ ਡਰ ਗਿਆ ਅਤੇ ਉਹ ਮਹਾਤਮਾ ਕਹਿਣ ਲੱਗੇ, ਕਹਿੰਦੇ ਭਾਈ ਸੱਚ ਦੱਸੀ। ਜਦ ਇੰਨੀ ਗੱਲ ਉਹ ਸ਼ਾਗਿਰਦ ਨੇ ਸੱਚ ਦੱਸ ਦਿੱਤਾ ਕਿ ਮੈਂ ਆਪਦਾ ਦੁੱਖ ਦਰਦ ਝੱਲ ਨਹੀਂ ਸਕਿਆ ਅਤੇ ਮੈਂ ਬਾਹਰ ਜਾ ਕੇ ਕਿਤੇ ਬੈਠ ਕੇ ਰੋ ਰਿਹਾ ਸੀਗਾ। ਇੱਕ ਕਹਿੰਦੇ ਕੋਈ ਗੁਰਮੁਖ ਪਿਆਰੇ ਉਹ ਮੈਨੂੰ ਦਵਾਈ ਦੇ ਗਏ ਆ, ਉਹ ਦਵਾਈ ਲਾਉਣ ਦੇ ਨਾਲ ਐਸਾ ਚਮਤਕਾਰ ਹੋਇਆ ਕਿ ਤੁਹਾਡਾ ਜਿਹੜਾ ਗਲਾ ਬਿਲਕੁਲ ਸਾਫ਼ ਹੋ ਗਿਆ, ਪੱਧਰਾ ਹੋ ਗਿਆ। ਜਦ ਇੰਨੀ ਗੱਲ ਹੋਈ ਤਾਂ ਉਹ ਜਿਹੜੇ ਮਹਾਤਮਾ ਸੀਗੇ ਉਹ ਪ੍ਰਸੰਨ ਹੋਣ ਦੇ ਨਾਲ ਉਸ ਆਪਣੇ ਸ਼ਾਗਿਰਦ ਦੇ ਉੱਤੇ ਬੁਰੀ ਤਰ੍ਹਾਂ ਗੁੱਸੇ ਹੋ ਗਏ, ਉੱਤੋਂ ਰੁੱਠ ਗਏ ਅਤੇ ਉਸ ਨੂੰ ਚੇਤਾਵਨੀ ਕਰਦੇ ਇਹ ਕਹਿਣ ਲੱਗੇ ਕਿ ਤੈਂ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈਗਾ। ਇਹ ਜਿਹੜੇ ਫੋੜੇ ਤੈਨੂੰ ਨਜ਼ਰ ਆਉਂਦੇ ਸੀ ਇਹ ਫੋੜੇ ਨਹੀਂ, ਇਹ ਤਾਂ ਮੈਨੂੰ ਉਸ ਪਰਮੇਸ਼ਰ ਨੇ ਗਲੇ ਦੀ ਮਾਲਾ ਦਿੱਤੀ ਹੈਗੀ ਆ। ਇਹ ਜਿਹੜੀ ਮਾਲਾ ਹੈਗੀ ਆ ਇਹਦੇ ਕਰਕੇ ਤਾਂ ਮੈਂ ਰਾਮ ਜਪਦਾ ਹੈਗਾ, ਪਰਮੇਸ਼ਰ ਦਾ ਨਾਮ ਜਪਦਾ ਹੈਗਾ, ਵਾਹਿਗੁਰੂ ਆਖਦਾ ਹੈਗਾ। ਜਿਸ ਕਰਕੇ ਤੂੰ ਇਹ ਮੇਰੀ ਮਾਲਾ ਜਿਹੜੀ ਇਹ ਖੋਹ ਲਈ ਹੈਗੀ, ਇਸ ਕਰਕੇ ਤੂੰ ਇੱਥੋਂ ਮੈਨੂੰ ਛੱਡ ਕੇ ਦੂਰ ਚਲੇ ਜਾ। ਜਦ ਉਹ ਮਹਾਤਮਾ ਨੇ ਆਪਣੇ ਸ਼ਾਗਿਰਦ ਨੂੰ ਇਹ ਤਾੜਨਾ ਕਰਕੇ ਉੱਥੋਂ ਭਜਾਉਣ ਵਾਸਤੇ ਕਹਿ ਦਿੱਤਾ, ਫਿਰ ਉਹ ਸ਼ਾਗਿਰਦ ਜਿਹੜਾ ਸੀਗਾ ਉਹ ਰੋਣ ਲੱਗ ਪਿਆ। ਉਹ ਕਹਿਣ ਲੱਗਾ ਕਿ ਮਹਾਂਪੁਰਖੋ ਮੈਨੂੰ ਦੂਰ ਨਾ ਕਰੋ, ਮੈਨੂੰ ਬੇਸ਼ੱਕ ਮਾਰ ਦਿਓ ਪਰ ਮੈਂ ਆਪ ਦਾ ਚਰਨ ਛੱਡ ਕੇ ਕਦੇ ਨਹੀਂ ਜਾਣਾ। ਪਰ ਮਹਾਤਮਾ ਕਹਿੰਦੇ ਵੀ ਠੀਕ ਆ, ਮੈਂ ਤੈਨੂੰ ਇਸ ਸ਼ਰਤ 'ਤੇ ਰੱਖ ਸਕਦਾ, ਜਾਂ ਤਾਂ ਮੇਰੇ ਗਲੇ ਦੀ ਮਾਲਾ ਵਾਪਸ ਕਰ, ਅਤੇ ਜੇ ਮਾਲਾ ਵਾਪਸ ਨਹੀਂ ਕਰ ਸਕਦਾ ਤਾਂ ਮੈਨੂੰ ਛੱਡ ਕੇ ਚਲੇ ਜਾ। ਦੇਖੋ ਹੁਣ ਉਹ ਸ਼ਾਗਿਰਦ ਵਿਚਾਰਾ ਕੀ ਕਰੇ। ਅਖੀਰ ਜੋ ਸ਼ਾਗਿਰਦ ਜਿਹੜਾ ਸੀਗਾ ਉਸੇ ਸਥਾਨ 'ਤੇ ਆ ਕੇ ਫੇਰ ਰੋਣ ਲੱਗ ਪਿਆ ਕਿ ਮੈਂ ਮਹਾਤਮਾ ਦੇ ਚਰਨਾਂ ਨੂੰ ਛੱਡ ਨਹੀਂ ਸਕਦਾ, ਪਰ ਹੁਣ ਮੈਂ ਗਲੇ ਦੀ ਮਾਲਾ ਕਿਵੇਂ ਵਾਪਸ ਲਿਆਵਾਂ। ਹਜੇ ਉਹ ਸੋਚ ਹੀ ਰਿਹਾ ਸੀਗਾ, ਉਹੀ ਗੁਰਮੁਖ ਪਿਆਰੇ ਉਸ ਸ਼ਾਗਿਰਦ ਦੇ ਪਾਸ ਆ ਗਏ। ਹੁਣ ਕਹਿਣ ਲੱਗੇ ਕੀ ਗੱਲ ਅੱਜ ਤੂੰ ਕਾਹਤੇ ਰੋਂਦਾ ਹੈਗਾ। ਉਹ ਸ਼ਾਗਿਰਦ ਨੇ ਫਿਰ ਉਸ ਗੁਰਮੁਖ ਪਿਆਰੇ ਨੂੰ ਸਾਰੀ ਗੱਲ ਦੱਸੀ ਕਿ ਦੇਖੋ ਆਪਦੀ ਜੜੀ ਬੂਟੀ ਦੇ ਨਾਲ ਬੜਾ ਚਮਤਕਾਰ ਹੋਇਆ, ਮਹਾਤਮਾ ਦੇ ਗਲੇ ਨੂੰ ਆਰਾਮ ਆ ਗਿਆ, ਪਰ ਉਹਨਾਂ ਨੇ ਉਲਟਾ ਮੈਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੇ ਫੋੜੇ ਆ ਜਿਹਨਾਂ ਨੂੰ ਤੂੰ ਫੋੜੇ ਆਖਦਾ ਹੈ, ਇਹ ਮੈਨੂੰ ਰੱਬ ਨੇ ਗਲੇ ਦੀ ਮਾਲਾ ਦਿੱਤੀ ਆ, ਇਹ ਮਾਲਾ ਵਾਪਸ ਲੈ ਕੇ ਆ। ਜੇ ਤੂੰ ਮਾਲਾ ਵਾਪਸ ਲੈ ਕੇ ਨਹੀਂ ਆਊਂਗਾ ਤਾਂ ਫਿਰ ਭਾਈ ਤੂੰ ਮੈਨੂੰ ਛੱਡ ਕੇ ਇੱਥੋਂ ਚਲਾ ਜਾ। ਜਦ ਇਹ ਗੱਲ ਹੋਈ ਤਾਂ ਫਿਰ ਜਿਹੜੇ ਗੁਰਮੁਖ ਪਿਆਰੇ ਸੀ ਉਹ ਬੜੇ ਹੈਰਾਨ ਹੋਏ। ਉਹ ਕਹਿਣ ਲੱਗੇ ਕਮਾਲ ਹੈ, ਗੁਰੂ ਦੇ ਪਿਆਰੇ ਇਸ ਤਰ੍ਹਾਂ ਹੁੰਦੇ ਆ ਕਿ ਹਰੇਕ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਪਰਮੇਸ਼ਰ ਦੇ ਸ਼ੁਕਰੀਏ ਵਿੱਚ ਰਹਿੰਦੇ ਆ, ਕਿਉਂਕਿ ਇਹ ਜਿਹੜੇ ਗੁਰਮੁਖ ਪਿਆਰੇ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਗਏ ਹੁੰਦੇ ਆ। ਫਿਰ ਉਹ ਗੁਰਮੁਖ ਪਿਆਰੇ ਕਹਿਣ ਲੱਗੇ ਕਿ ਹਾਂ ਇਹ ਗੱਲ ਬਿਲਕੁਲ ਠੀਕ ਹੈਗੀ ਆ, ਤੇਰੇ ਮਹਾਤਮਾ ਨੇ ਮੰਨਣਾ ਨਹੀਂ ਆ, ਇਸ ਕਰਕੇ ਤੂੰ ਇਸ ਤਰ੍ਹਾਂ ਕਰ, ਆਹ ਦਵਾਈ ਲੈ ਜਾ। ਇਹ ਦਵਾਈ ਜਿਹੜੀ ਆ ਜਦ ਤੂੰ ਫਿਰ ਉਹਨਾਂ ਦੇ ਗਲੇ ਦੇ ਨਾਲ ਛੁਹਾਊਂਗਾ ਅਤੇ ਉਹਨਾਂ ਦੇ ਗਲੇ ਦੇ ਵਿੱਚੋਂ ਫਿਰ ਉਸੇ ਤਰ੍ਹਾਂ ਜਿਹੜੇ ਹੈ ਉਹ ਫੋੜੇ ਫਿਰ ਨਿਕਲ ਆਉਣਗੇ। ਅਤੇ ਪਰ ਫਿਰ ਉਹ ਗੁਰਮੁਖ ਪਿਆਰੇ ਕਹਿਣ ਲੱਗੇ ਵੀ ਇਹ ਜਿਹੜੇ ਫੋੜੇ ਉਹਨਾਂ ਦੇ ਹੁਣ ਨਿਕਲਣਗੇ, ਉਹ ਹੁਣ ਜ਼ਿਆਦਾ ਟਾਈਮ ਨਹੀਂ ਰਹਿਣਗੇ, ਹੁਣ ਆਪਣੇ ਆਪ ਹੀ ਇਹ ਫੋੜੇ ਜਿਹੜੇ ਆ ਉਹ ਸਦਾ ਵਾਸਤੇ ਖਤਮ ਹੋ ਜਾਣਗੇ, ਉਹਨਾਂ ਦਾ ਗਲਾ ਫਿਰ ਪੱਧਰਾ ਹੋ ਜਾਊਗਾ। ਜਦ ਇਹ ਗੱਲ ਹੋਈ ਫਿਰ ਉਹਨਾਂ ਦੇ ਸ਼ਾਗਿਰਦ ਵਾਪਸ ਗਏ। ਉਹਨਾਂ ਨੇ ਗੁਰਮੁਖ ਮਾਲਾ ਦਿੱਤੀ ਜਿਹੜੀ ਦਵਾਈ ਸੀ ਉਹ ਮਹਾਤਮਾ ਦੇ ਗਲੇ ਦੇ ਨਾਲ ਜਿਉਂ ਹੀ ਲਾਈ। ਉਸ ਤੋਂ ਬਾਅਦ ਕੀ ਦੇਖਿਆ ਕਿ ਉਸੇ ਹੀ ਗਲੇ ਦੇ ਆਲੇ ਦੁਆਲੇ ਜਿਹੜੇ ਸੀਗੇ ਮਾਸ ਦੇ ਵੱਡੇ ਜਿਹੜੇ ਲੋਥੜੇ ਸੀਗੇ ਉਹ ਫਿਰ ਬਾਹਰ ਫੁੱਟਣੇ ਸ਼ੁਰੂ ਹੋ ਗਏ। ਅਤੇ ਜਦ ਸ਼ੁਰੂ ਹੋ ਗਏ ਉਸ ਤੋਂ ਬਾਅਦ ਫਿਰ ਉਹਨਾਂ ਮਹਾਤਮਾ ਨੇ ਜਦ ਨਾਮ ਭਜਨ ਸਿਮਰਨ ਦੇ ਵਿੱਚ ਆਪਣੀ ਸੁਰਤ ਬਾਹਰ ਲਿਆਂਦੀ ਅਤੇ ਜਿਉਂ ਉਹਨੇ ਗਲੇ ਨੂੰ ਹੱਥ ਲਾਇਆ ਅਤੇ ਉਹਨਾਂ ਨੇ ਕੀ ਤੱਕਿਆ ਕਿ ਉਹੀ ਜਿਹੜੇ ਫੋੜੇ ਸੀ ਗਲੇ ਦੇ ਉਹ ਫਿਰ ਜਿਹੜੇ ਸੀ ਉਸ ਤਰ੍ਹਾਂ ਉੱਭਰੇ ਹੋਏ ਸੀ। ਫਿਰ ਉਹ ਮਹਾਤਮਾ ਆਪਣੇ ਸ਼ਾਗਿਰਦ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਕਿ ਹਾਂ ਹੁਣ ਠੀਕ ਹੈ, ਤੈਂ ਜਿਹੜੀ ਮੇਰੀ ਮਾਲਾ ਗਵਾਚੀ ਸੀ ਹੈ ਨਾ ਰੱਬ ਦਾ ਨਾਮ ਜਪਣ ਵਾਸਤੇ ਮੈਨੂੰ ਵਾਪਸ ਦਵਾਤੀ। ਉਸ ਤੋਂ ਬਾਅਦ ਫਿਰ ਦੇਖੋ ਸ਼ਾਗਿਰਦ ਕੁਛ ਨਹੀਂ ਬੋਲੇ, ਪਰ ਉਹ ਜਿਹੜੀ ਗਲੇ ਦੇ ਉੱਤੇ ਤਕਲੀਫ ਸੀ ਉਹ ਮਹਾਂਪੁਰਖ ਦੱਸਦੇ ਸੀਗਾ ਕਿ 1 ਮਹੀਨਾ ਰਹੀ ਆ। ਸੋ 1 ਮਹੀਨੇ ਬਾਅਦ ਉਹ ਗਲਾ ਜਿਹੜਾ ਸੀਗਾ ਵਾਪਸ ਆਪਣੇ ਆਪ ਹੀ ਮੁੜ ਕੇ ਪਹਿਲੀ ਕੁਦਰਤੀ ਹਾਲਤ ਦੇ ਵਿੱਚ ਆ ਗਿਆ, ਬਿਲਕੁਲ ਸਾਫ਼ ਹੋ ਗਿਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਆ ਉਹ ਇੰਨੇ ਦੁੱਖਾਂ ਦੇ ਵਿੱਚ ਹੁੰਦੇ ਹੋਏ ਵੀ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਆ, ਕਿ ਉਹਨਾਂ ਦਾ ਜਿਹੜਾ ਪਿਆਰ ਕਰਨ ਦਾ ਤਰੀਕਾ ਹੈਗਾ ਉਹ ਸੁੱਖ ਦੇ ਵਿੱਚ ਤਾਂ ਹੁੰਦਾ ਹੀ ਆ, ਪਰ ਦੁੱਖ ਦੇ ਵਿੱਚ ਉਹ ਜ਼ਿਆਦਾ ਪਰਮੇਸ਼ਰ ਦੇ ਨਾਲ ਜੁੜੇ ਹੁੰਦੇ ਆ। ਇਸ ਕਰਕੇ ਦੇਖੋ ਪਰਮੇਸ਼ਰ ਦੇ ਰੰਗ ਹੈਗੇ ਆ,
ਪਰ ਇਹਨਾਂ ਰੰਗਾਂ ਦੇ ਵਿੱਚ ਉਹੀ ਉੱਚੀਆਂ ਆਤਮਾਵਾਂ ਨਿਕਲਦੀਆਂ ਜਿਹੜੀਆਂ ਪਰਮੇਸ਼ਰ ਦੇ ਨਾਲ ਇੱਕ ਰੂਪ ਹੋ ਜਾਂਦੀਆਂ, ਉਹਦੀ ਮੂਰਤ ਬਣੀਆਂ ਹੁੰਦੀਆਂ। ਸੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹ ਰੱਬ ਵਰਗੇ ਹੁੰਦੇ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੁਛ ਨਾ ਹੈ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।